ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਆਪਾਂ ਹੁਣ ਕਰਨ ਜਾ ਰਹੇ ਹਾਂ, ਜਿਵੇਂ ਤੁਹਾਨੂੰ ਕਿਹਾ ਹੀ ਸੀ ਕਿ ਕਲਾਸਿਸ ਸਟਾਰਟ ਕਰਨੀਆਂ। ਠੀਕ ਹੈ, ਤਾਂ ਇਸ ਤੋਂ ਬਾਅਦ ਟਾਈਮ ਟੂ ਟਾਈਮ ਅਪਡੇਟ ਮਿਲਦਾ ਰਹੂਗਾ ਤੁਹਾਨੂੰ, ਜੋ ਵੀ ਕੋਈ ਨੋਟੀਫਿਕੇਸ਼ਨ ਹੋਈ ਜਾਂ ਜੋ ਵੀ ਕੋਈ ਅਪਡੇਟ ਆਈ ਗੌਰਮੈਂਟ ਵੱਲੋਂ ਤੁਹਾਨੂੰ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ। ਤਾਂ ਇੱਕ ਦੋ ਤੁਹਾਨੂੰ ਇੰਸਟਰਕਸ਼ਨਸ ਦੇ ਦਿੰਦਾ ਮੈਂ ਕਲਾਸ ਬਾਰੇ। ਇੱਕ ਤਾਂ ਤੁਸੀਂ ਆਪਣਾ ਕਾਪੀ ਔਰ ਪੈਨ, ਠੀਕ ਹੈ, ਇਹ ਦੋਨੋਂ ਚੀਜ਼ਾਂ ਆਪਣੇ ਕੋਲੇ ਰੱਖੋ, ਨੋਟਬੁੱਕ ਤੁਹਾਡੀ ਤੇ ਆਪਣਾ ਪੈਨ, ਕਿਉਂਕਿ ਵਿੱਚ ਮੈਂ ਬਹੁਤ ਸਾਰੀਆਂ ਡਿਟੇਲਸ ਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਦੱਸੂਗਾ ਜਿਹੜੀਆਂ ਤੁਹਾਡੇ ਲਈ ਵੈਲਿਊਏਬਲ ਹੋਣ ਵਾਲੀਆਂ ਇਸ ਚੈਪਟਰ ਨੂੰ ਲੈ ਕੇ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਕੀ ਕਰਨਾ ਆਪਾਂ ਅੱਜ ਇਹਦੇ ਵਿੱਚ ਕਰਨਾ ਮੋਸ਼ਨ ਦੇ ਵਿੱਚ ਆਪਾਂ ਕਰਾਂਗੇ ਹਰ ਇੱਕ ਨਿੱਕੀ ਤੋਂ ਨਿੱਕੀ ਡੈਫੀਨੇਸ਼ਨ ਤੇ ਉਹਦੇ ਬਾਰੇ ਐਗਜ਼ਾਮਪਲਸ। ਠੀਕ ਹੈ, ਤਾਂ ਹੁਣ ਸ਼ੁਰੂ ਕਰਦੇ ਹਾਂ ਆਪਾਂ। ਤਾਂ ਫਸਟ ਆਪਣੇ ਕੋਲ ਕੀ ਹੈਗੀ ਹੈ? ਫਸਟ ਆਪਣੇ ਕੋਲ ਹੈਗੀ ਹੈ ਗਤੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੋਸ਼ਨ, ਜਿਹੜਾ ਇਸ ਚੈਪਟਰ ਦਾ, ਤੁਹਾਡੇ ਫਸਟ ਚੈਪਟਰ ਦਾ ਮੇਨ ਪਲੋਟ ਹੈਗਾ, ਉਹ ਹੈਗਾ ਆਪਣੇ ਕੋਲੇ ਗਤੀ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਆਊਗਾ? ਗਤੀ ਵਿੱਚ ਆਪਣੇ ਕੋਲ ਆਊਗਾ ਜਦੋਂ ਕੋਈ ਵਸਤੂ ਆਪਣੇ ਨੇੜੇ ਦੀਆਂ ਸੰਬੰਧਿਤ ਵਸਤੂਆਂ ਨਾਲੋਂ ਸਥਾਨ ਪਰਿਵਰਤਨ ਕਰੇ, ਉਹਨੂੰ ਕੀ ਕਹਿੰਦੇ ਆ? ਗਤੀ ਦੀ ਅਵਸਥਾ। ਤਾਂ ਇਹਦੇ ਵਿੱਚ ਤੁਹਾਨੂੰ ਮੈਂ ਹੁਣ ਐਗਜ਼ਾਮਪਲ ਵੀ ਦੇ ਦਿੰਦਾ। ਇਹਨੂੰ ਆਪਾਂ ਪਹਿਲਾਂ ਤਾਂ ਮੋਸ਼ਨ ਕਹੀਦਾ। ਤਾਂ ਇਹਦੀਆਂ ਦੋ ਸਟੇਟਸ ਹੁੰਦੀਆਂ। ਕਿੰਨੀਆਂ ਸਟੇਟ ਹੁੰਦੀਆਂ ਇਹਦੀਆਂ? ਦੋ ਸਟੇਟ ਹੁੰਦੀਆਂ। ਤੁਹਾਨੂੰ ਮੈਂ ETD ਦਾ ਹੁਣ ਸਮਝੋ ਕਿ ਸਟਾਰਟ ਹੋ ਗਿਆ ਤੁਹਾਡਾ, ਤਾਂ ਪਹਿਲਾਂ ਤੁਹਾਨੂੰ ਪ੍ਰੋਪਰ ਨਿੱਕੀ ਨਿੱਕੀ ਚੀਜ਼ ਦੱਸ ਕੇ ਫਿਰ ਤੁਹਾਨੂੰ ਹਾਈ ਲੈਵਲ 'ਤੇ ਲੈ ਕੇ ਜਾਵਾਂਗੇ, ਨੂਮੈਰਿਕ ਵੀ ਕਰਾਂਗੇ। ਤਾਂ ਉਹਨੂੰ ਜਦੋਂ ਨੂਮੈਰਿਕ ਕਰਾਂਗੇ ਤੁਹਾਨੂੰ ਇਹ ਸਾਰਾ ਚੈਪਟਰ ਰਟਿਆ ਹੋਊਗਾ, ਇਹ ਮੇਰੀ ਗਰੰਟੀ ਹੈ ਜੇ ਤੁਸੀਂ ਧਿਆਨ ਨਾਲ ਸੁਣ ਲਓਗੇ। ਤਾਂ ਇਹਦੀਆਂ ਦੋ ਸਟੇਟ ਕਿਹੜੀਆਂ ਹੁੰਦੀਆਂ? ਇੱਕ ਤਾਂ ਸਟੇਟ ਇਹਦੀ ਹੁੰਦੀ ਹੈ ਫਸਟ ਵਾਲੀ, ਉਹ ਹੁੰਦੀ ਹੈ ਰੈਸਟ। ਠੀਕ ਹੈ, ਅਤੇ ਦੂਸਰੀ ਤਾਂ ਆਟੋਮੈਟਿਕ ਹੀ ਹੈ ਕਿ ਉਹ ਮੋਸ਼ਨ ਵਾਲੀ ਹੋਊਗੀ। ਤਾਂ ਫਸਟ ਆਪਣੇ ਕੋਲ ਰੈਸਟ ਦੇ ਵਿੱਚ ਕੀ ਹੁੰਦਾ? ਰੈਸਟ ਦੇ ਵਿੱਚ ਹੁੰਦਾ ਕਿ ਮੰਨ ਲਓ ਕੋਈ ਚੀਜ਼, ਪੱਥਰ ਪਿਆ ਹੈ ਮੰਨ ਲਓ, ਠੀਕ ਹੈ, ਉਹਨੂੰ 5 ਮਿੰਟ ਬਾਅਦ ਦੇਖੋਗੇ ਤਾਂ ਉਹ ਹਿੱਲੂਗਾ ਨਹੀਂ। ਤਾਂ ਉਹ ਕਾਹਦੇ ਵਿੱਚ ਹੈ? ਉਹ ਹੈਗਾ ਰੈਸਟ ਦੇ ਵਿੱਚ। ਤਾਂ ਉਹੀ ਉਲਟਾ ਇਹਦੇ ਮੋਸ਼ਨ ਰੈਸਟ ਦੇ ਵਿੱਚ ਇੱਕ ਹੋਰ ਚੀਜ਼ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ, ਜਿਵੇਂ ਕੋਈ ਸੋ ਰਿਹਾ, ਠੀਕ ਹੈ, ਸੋ ਰਿਹਾ, ਤਾਂ ਉਹਦੇ ਵਿੱਚ ਕੀ ਹੈ? ਉਹਨੂੰ ਆਪਾਂ 5 ਆਵਰਸ ਦੇ ਬਾਅਦ ਵੀ ਵੇਖਾਂਗੇ। ਮੰਨ ਲਓ ਰਾਤੀ ਸੋ ਰਿਹਾ, ਸਵੇਰੇ ਵੀ ਵੇਖਾਂਗੇ ਉਹ ਸੋ ਹੀ ਰਿਹਾ। ਉਹ ਕਿਹੜੀ ਅਵਸਥਾ ਦੇ ਵਿੱਚ ਹੈ? ਉਹ ਹੈਗਾ ਆਰਾਮ ਅਵਸਥਾ ਦੇ ਵਿੱਚ, ਰੈਸਟ ਅਵਸਥਾ ਦੇ ਵਿੱਚ। ਸੈਕਿੰਡ ਆਪਣੇ ਕੋਲ ਕੀ ਹੈਗਾ? ਸੈਕਿੰਡ ਇਹਦੀ ਸਟੇਟ ਕਿਹੜੀ ਹੁੰਦੀ ਹੈ? ਉਹ ਹੁੰਦੀ ਹੈ ਮੋਸ਼ਨ ਵਾਲੀ ਸਟੇਟ। ਇੱਥੇ ਤੁਹਾਨੂੰ ਦੱਸਦਾ ਮੈਂ, ਸੈਕਿੰਡ ਆਪਣੇ ਕੋਲ ਕਿਹੜੀ ਹੁੰਦੀ ਹੈ? ਮੋਸ਼ਨ ਵਾਲੀ, ਜਿਹੜੀ ਗਤੀ ਕਰਦੀ ਹੈ। ਇਹ ਕਿਵੇਂ ਕਰਦੀ ਹੈ? ਦੇਖੋ, ਹੁਣ ਇੱਕ ਚੀਜ਼ ਪਈ ਹੋਈ ਸੀ, ਠੀਕ ਹੈ, ਮੰਨ ਲਓ A ਪੁਆਇੰਟ 'ਤੇ ਇੱਕ ਚੀਜ਼ ਪਈ ਹੋਈ ਹੈ, ਅਤੇ ਇਹਨੂੰ ਮੈਂ 5 ਸੈਕਿੰਡ ਬਾਅਦ ਦੇਖਿਆ ਤਾਂ ਇਹ ਕਿੱਥੇ ਪਹੁੰਚ ਗਈ? B ਪੁਆਇੰਟ 'ਤੇ। ਤਾਂ 5 ਸੈਕਿੰਡ ਬਾਅਦ ਇਹ ਕਿੱਥੇ ਪਹੁੰਚ ਗਈ? B ਪੁਆਇੰਟ 'ਤੇ। ਮਤਲਬ ਇਹ ਕਿਹੜੀ ਸਟੇਟ ਦੇ ਵਿੱਚ ਹੈ? ਗਤੀ। ਠੀਕ ਹੈ, ਚਲਦੀ ਹੋਈ ਸਟੇਟ ਦੇ ਵਿੱਚ ਹੈ, ਗਤੀ ਦੀ ਅਵਸਥਾ ਦੇ ਵਿੱਚ ਹੈਗੀ ਹੈ। ਇਹਨੂੰ ਕੀ ਕਵਾਂਗੇ ਆਪਾਂ? ਗਤੀਜ ਅਵਸਥਾ, ਮੋਸ਼ਨ ਦੀ। ਠੀਕ ਹੈ, ਇਹਦੇ ਵਿੱਚ ਇੱਕ ਚੀਜ਼ ਹੋਰ ਨੋਟ ਕਰਿਓ, ਕਾਪੀ 'ਤੇ ਲਿਖ ਲਿਓ ਕਿ ਇਹ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ। ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ। ਇੱਕ ਤਾਂ ਟਾਈਮ 'ਤੇ ਡਿਪੈਂਡ ਕਰਦੀ ਹੈ, ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਸੀ। ਟਾਈਮ 'ਤੇ ਕਿਵੇਂ ਡਿਪੈਂਡ ਕਰਦੀ ਹੈ ਕਿ 2 ਸੈਕਿੰਡ ਬਾਅਦ ਉਹਨੇ, ਜਿਹੜੀ 5 ਸੈਕਿੰਡ ਬਾਅਦ ਹੈ, ਉਹਨੇ ਆਪਦੀ ਜਗ੍ਹਾ ਚੇਂਜ ਕਰ ਲਈ। ਤਾਂ ਇੱਕ ਹੋਰ ਮੋਸਟ ਇੰਪੋਰਟੈਂਟ ਹੈ, ਜਿਹੜੀ ਬਹੁਤ ਘੱਟ ਤੁਹਾਨੂੰ ਦੱਸਣਗੇ ਪੰਜਾਬੀ ਦੇ ਵਿੱਚ ਸਪੈਸ਼ਲੀ, ਤਾਂ ਉਹ ਆਊਗਾ ਓਬਜ਼ਰਵਰ, ਦੇਖਣ ਵਾਲਾ। ਸੈਕਿੰਡ ਕਿਹਦੇ 'ਤੇ ਡਿਪੈਂਡ ਕਰਦੀ ਹੈ? ਓਬਜ਼ਰਵਰ 'ਤੇ, ਦੇਖਣ ਵਾਲੇ 'ਤੇ। ਕਿਵੇਂ? ਇਹਦੀ ਐਗਜ਼ਾਮਪਲ ਦੇਖ ਲਓ। ਇੱਕ ਕਿ ਮੰਨ ਲਓ ਇੱਕ ਬਾਈਕ ਜਾ ਰਹੀ ਹੈ, ਠੀਕ ਹੈ, ਇੱਕ ਬਾਈਕ ਜਾ ਰਹੀ ਹੈ ਅਤੇ ਉਹਦੇ ਨਾਲ ਹੀ ਅੱਗੇ ਇੱਕ ਹੋਰ ਬਾਈਕ ਜਾ ਰਹੀ ਹੈ। ਤਾਂ ਇਸ ਬਾਈਕ 'ਤੇ ਵੀ 2 ਜਣੇ ਬੈਠੇ ਹੋਏ ਆ, ਦੂਸਰੇ ਵਾਲੀ ਬਾਈਕ 'ਤੇ ਵੀ 2 ਜਣੇ ਬੈਠੇ ਹੋਏ ਆ। ਇੱਥੇ ਤੁਸੀਂ ਦੇਖ ਰਹੇ ਹੋ, ਮੰਨ ਲਓ ਤੁਸੀਂ ਦੇਖ ਰਹੇ ਹੋ ਇੱਥੇ ਖੜ੍ਹ ਕੇ, ਠੀਕ ਹੈ, ਤੁਸੀਂ ਦੇਖ ਰਹੇ ਹੋ ਆਹ ਵਾਲੀ ਬਾਈਕ ਹੈ ਜਿਹੜੀ, ਇਹ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਹੈ। ਤਾਂ ਜਿਹੜੀ ਸੈਕਿੰਡ ਵਾਲੀ ਬਾਈਕ ਹੈ, ਇਹ ਜਾ ਰਹੀ ਹੈ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ। ਹੁਣ ਦੇਖੋ, ਹੁਣ ਤੁਸੀਂ ਮੰਨ ਲਓ ਤੁਹਾਨੂੰ ਕੋਈ ਪੁੱਛੂਗਾ ਕਿ ਜਦੋਂ ਮੰਨ ਲਓ ਮੈਂ ਹੀ ਪੁੱਛ ਰਿਹਾ ਕਿ ਇਹ ਬਾਈਕ ਕਿੰਨੇ ਕਿਲੋਮੀਟਰ ਪ੍ਰਤੀ ਘੰਟਾ ਦੇ ਅੰਦਾਜ਼ੇ ਨਾਲ ਜਾ ਰਹੀ ਹੈ, ਤੁਸੀਂ ਕਹੋਗੇ 40। ਤਾਂ ਜੇ ਇਹੀ ਪੁੱਛਿਆ ਜਾਵੇ, ਇਹ ਹੁਣ ਮੰਨ ਲਓ 40 ਕਿਲੋਮੀਟਰ ਇਹਦੇ ਓਬਜ਼ਰਵਰ 'ਤੇ ਹੋ ਗਿਆ। ਤਾਂ ਹੁਣ ਜੇ ਮੰਨ ਲਓ ਆਹ ਬੰਦਾ A ਹੈ, ਆਹ ਵਾਲਾ B ਹੈ, ਆਹ ਵਾਲਾ C ਅਤੇ ਆਹ ਵਾਲਾ D ਹੈ। ਹੁਣ ਜੇ ਮੰਨ ਲਓ B ਵਾਲੇ ਤੋਂ ਪੁੱਛਿਆ ਜਾਵੇ ਕਿ A ਵਾਲਾ ਕਿੰਨੀ ਸਪੀਡ ਤੇ ਜਾ ਰਿਹਾ, ਤਾਂ ਉਹਦੇ ਵਾਸਤੇ ਨਹੀਂ, ਕੋਈ ਸਪੀਡ 'ਤੇ ਨਹੀਂ, ਕਿਉਂਕਿ ਉਹਦੇ ਵਾਸਤੇ ਰੈਸਟ ਦੀ ਅਵਸਥਾ ਵਿੱਚ ਹੈ, ਜਾਂ ਕਹਿ ਲਓ ਇਕੁਅਲ ਹੈ। ਕਿਉਂਕਿ ਜੇ A ਵਾਲਾ ਜਿੰਨੀ ਸਪੀਡ 'ਤੇ ਜਾ ਰਿਹਾ ਉਹ ਵੀ ਉਨੀ ਸਪੀਡ 'ਤੇ ਜਾ ਰਿਹਾ, ਤਾਂ ਉਹ ਉਹਨਾਂ ਕੋਲ ਕੀ ਹੋ ਗਈ? ਇਕੁਅਲ।
ਰੈਸਟ ਦੀ ਮੂਵਮੈਂਟ ਹੋ ਗਈ, ਠੀਕ ਹੈ, ਦੋਵੇਂ ਬੈਠੇ ਹੋਏ ਆਰਾਮ ਨਾਲ। ਹੁਣ ਦੇਖੋ, ਹੁਣ ਜੇ ਸੀ ਵਾਲੇ ਤੋਂ ਪੁੱਛਿਆ ਜਾਵੇ ਕਿ ਏ ਵਾਲਾ ਕਿੰਨੀ ਸਪੀਡ ਤੇ ਜਾ ਰਿਹਾ, ਤਾਂ ਹੁਣ ਤੁਸੀਂ ਦੱਸੋ, ਉਹ ਇਹ ਤਾਂ ਕਹੂਗਾ ਹੀ ਨਹੀਂ ਕਿ 40 ਕਿਲੋਮੀਟਰ ਤੇ ਜਾ ਰਿਹਾ, ਉਹ ਕਹੂਗਾ ਕਿ 10 ਕਿਲੋਮੀਟਰ ਤੇ ਜਾ ਰਿਹਾ, 10 ਕਿਲੋਮੀਟਰ ਦੀ ਸਪੀਡ ਤੇ ਜਾ ਰਿਹਾ। ਕਿਉਂ? ਕਿਉਂਕਿ ਹੁਣ ਮੰਨ ਲਓ ਤੁਸੀਂ ਦੇਖੋ ਕਾਰ ਤੇ ਜਾ ਰਹੇ ਹੋ, ਹੁਣ ਤੁਹਾਡੇ ਕੋਲੋਂ ਇੱਕ ਟਰੱਕ ਲੰਘ ਗਿਆ, ਤੁਸੀਂ ਜਾ ਰਹੇ ਹੋ 50 ਕਿਲੋਮੀਟਰ ਤੇ ਤੁਸੀਂ ਇੱਕਦਮ ਬੋਲੋਗੇ ਕਿ ਦੇਖੋ ਟਰੱਕ ਕਿੰਨੀ ਤੇਜ਼ ਜਾ ਰਿਹਾ ਹੈ, ਘੱਟੋ ਘੱਟ ਜ਼ਿਆਦਾ ਨਹੀਂ ਤਾਂ 70-80 ਕਿਲੋਮੀਟਰ ਦੀ, ਕਹਿ ਲਓ ਕਿ 20-30 ਕਿਲੋਮੀਟਰ ਵੱਧ ਸਪੀਡ ਨਾਲ ਜਾ ਰਿਹਾ। ਹੁਣ ਤੁਸੀਂ ਕੀ ਕਹੋਗੇ ਕਿ 20-30 ਕਿਲੋਮੀਟਰ ਵੱਧ ਸਪੀਡ ਨਾਲ ਜਾ ਰਿਹਾ। ਮਤਲਬ ਕਹਿਣ ਦਾ ਇੱਥੇ ਕੀ ਬਣਦਾ ਸਿੰਪਲ ਭਾਸ਼ਾ ਦੇ ਵਿੱਚ ਕਿ ਜਿਹੜਾ ਓਬਜ਼ਰਵਰ ਹੁੰਦਾ ਹੈ ਉਹ ਹਮੇਸ਼ਾ ਜਿਹੜਾ ਮੋਸ਼ਨ ਨੂੰ ਹੈ ਉਹ ਵੱਖਰੇ ਵੇ ਨਾਲ ਲਊਗਾ। ਤਾਂ ਕਰਕੇ ਜਿਹੜਾ ਮੋਸ਼ਨ ਆ ਉਹ ਹਮੇਸ਼ਾ ਓਬਜ਼ਰਵਰ ਹੈ ਉਹਦੇ ਤੇ ਡਿਪੈਂਡ ਕਰੂਗਾ, ਤੇ ਸੈਕਿੰਡ ਕਰੂਗਾ ਟਾਈਮ ਤੇ। ਬਸ ਜੇ ਤੁਹਾਡੇ ਤੋਂ ਪੇਪਰ ਦੇ ਵਿੱਚ ਪੁੱਛਿਆ ਜਾਵੇ ਤਾਂ ਇਹ ਦੋ ਮੋਸਟ ਇੰਪੋਰਟੈਂਟ ਚੀਜ਼ਾਂ ਜਿਨ੍ਹਾਂ ਤੇ ਡਿਪੈਂਡ ਕਰਦਾ ਮੋਸ਼ਨ, ਠੀਕ ਹੈ। ਇੱਕ ਆਪਣੀ ਰੈਸਟ ਵਾਲੀ ਸਟੇਟ ਹੋ ਗਈ। ਹੁਣ ਚੱਲਦੇ ਹਾਂ ਸੈਕਿੰਡ ਵੱਲ। ਸੈਕਿੰਡ ਆਪਣੇ ਕੋਲ ਕੀ ਹੈ? ਸੈਕਿੰਡ ਵਾਲੀ ਆਪਣੇ ਕੋਲ ਹੈਗੀ ਹੈ ਇੱਕ ਸਮਾਨ ਗਤੀ। ਇਹਦੇ ਵਿੱਚ ਜ਼ਿਆਦਾ ਕੁਝ ਤੁਹਾਨੂੰ ਸਮਝਾਉਣ ਵਾਲਾ ਤਾਂ ਹੈ ਨਹੀਂ, ਪਹਿਲਾਂ ਤੁਹਾਨੂੰ ਮੈਂ ਡੈਫੀਨੇਸ਼ਨ ਦੱਸ ਦਿੰਦਾ। ਇੱਕ ਸਮਾਨ ਗਤੀ ਦੀ ਆਪਣੇ ਕੋਲ ਪੰਜਾਬੀ ਡੈਫੀਨੇਸ਼ਨ ਕੀ ਹੈ ਕਿ ਜਦੋਂ ਕੋਈ ਵਸਤੂ ਸਮੇਂ ਦੇ ਸਮਾਨ ਅੰਤਰਾਲ ਨਾਲ ਸਮਾਨ ਸਥਿਤੀ ਬਦਲੇ ਤਾਂ ਉਹਨੂੰ ਆਪਾਂ ਕੀ ਕਵਾਂਗੇ? ਸਮਾਨ ਗਤੀ। ਦੇਖੋ ਇਹਦੇ ਵਿੱਚ ਕੀ ਐਗਜ਼ਾਮਪਲ ਆਊਗੀ ਆਪਣੇ ਕੋਲੇ? ਇਹਦੇ ਵਿੱਚ ਐਗਜ਼ਾਮਪਲ ਆਪਣੇ ਕੋਲ ਆਊਗੀ ਕਿ ਸਮਾਨ ਸਮਾਂ, ਮੰਨ ਲਓ A ਪੁਆਇੰਟ ਤੋਂ ਆਪਾਂ ਕਿਸੇ ਵੀ ਪੁਆਇੰਟ ਤੇ ਜਾਣਾ, B ਪੁਆਇੰਟ ਤੇ ਜਾਣਾ, C ਤੇ ਜਾਣਾ, ਵਿੱਚ ਆਣਗੇ ਦੋ ਲੂਪ ਹੋਲ ਆਣਗੇ, ਠੀਕ ਹੈ। ਜਦ ਆਪਣੇ ਕੋਲ ਰਸਤੇ ਆਣਗੇ, ਕਹਿ ਲਓ ਕਿ ਸਮਾਂ ਜਿਹੜਾ ਕਹਿ ਲਓ ਸਮਾਂ ਸਮਾਨ ਹੈ, ਇੱਥੇ ਵੀ 5 ਆਰ ਲੱਗਣਗੇ, ਇੱਥੇ ਵੀ 5 ਆਰ ਲੱਗਣਗੇ, ਤੇ ਇੱਥੇ ਵੀ 5 ਆਰ ਲੱਗਣਗੇ। ਸਥਿਤੀ ਕਿਹੜੀ ਹੈ? ਸਮਾਨ ਹੀ ਸਥਿਤੀ ਹੈ। ਕਿੰਨੀ? ਮੰਨ ਲਓ ਇੱਥੇ 3 ਕਿਲੋਮੀਟਰ ਹੈ, ਇੱਥੇ ਵੀ 3 ਕਿਲੋਮੀਟਰ ਹੈ, ਤੇ ਇੱਥੇ ਵੀ 3 ਕਿਲੋਮੀਟਰ ਹੈ। ਉਹਨੇ ਕੀ ਕੀਤਾ ਫਿਰ? 5 ਘੰਟਿਆਂ 'ਚ ਕਿੰਨੇ ਕਿਲੋਮੀਟਰ ਗਿਆ? ਉਹ ਵੀ 3 ਕਿਲੋਮੀਟਰ ਗਿਆ, ਇੱਥੇ ਵੀ 3 ਕਿਲੋਮੀਟਰ ਗਿਆ, ਇੱਥੇ ਵੀ 3। ਤਾਂ ਉਹ ਕੀ ਹੋ ਗਿਆ? ਸਮਾਨ ਗਤੀ ਚੱਲ ਰਹੀ ਹੈ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਆਪਣੀ ਆਊਗੀ ਯੂਨੀਫਾਰਮ ਮੋਸ਼ਨ ਦੇ ਵਿੱਚ ਆ ਜਾਊਗੀ, ਠੀਕ ਹੈ। ਨੈਕਸਟ ਚੱਲਦੇ ਆਪਾਂ ਥਰਡ ਵਾਲੀ ਅਸਮਾਨ ਗਤੀ। ਹੁਣ ਦੇਖੋ ਉੱਪਰ ਆਪਾਂ ਕੀ ਕੀਤਾ ਸੀ? ਸਾਰੀਆਂ ਚੀਜ਼ਾਂ ਸਮਾਨ ਸੀ। ਇਹਦੇ ਵਿੱਚ ਕੀ ਹੈ? ਕੀ ਚੇਂਜ ਹੋਊਗਾ? ਸਪੀਡ ਚੇਂਜ ਹੋਊਗੀ ਇਹਦੇ ਵਿੱਚ। ਉਹ ਕਿਵੇਂ? ਜਦੋਂ ਕੋਈ ਵਸਤੂ ਸਮਾਨ ਸਮਾਂਤਰਾਲ ਹੈ ਤਾਂ ਅਸਮਾਨ ਸਥਿਤੀ ਪਰਿਵਰਤਨ ਹੈ, ਠੀਕ ਹੈ, ਉਸ ਦੀ ਗਤੀ ਨੂੰ ਕੀ ਕਵਾਂਗੇ? ਅਸਮਾਨ ਗਤੀ। ਹੁਣ ਦੇਖੋ ਸਮਾਨ ਜਿਹੜਾ ਟਾਈਮ ਕੀ ਹੈ? ਸੇਮ ਹੈ, ਤੇ ਉਸ ਤੋਂ ਬਾਅਦ ਕੀ ਹੈ? ਚੇਂਜ ਕੀ ਹੈ? ਅਸਮਾਨ ਸਥਿਤੀ, ਜਿਹੜੀ ਉਹਦੀ ਸਥਿਤੀ ਹੈ ਉਹ ਕੀ ਹੈ? ਚੇਂਜ ਹੈ। ਦੇਖੋ ਕਿਵੇਂ? ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਕਿ A ਪੁਆਇੰਟ ਤੋਂ ਕੋਈ ਚੀਜ਼ 5 ਸਕਿੰਟ ਬਾਅਦ ਕਿੱਥੇ ਚਲੀ ਗਈ? B ਪੁਆਇੰਟ ਤੇ। ਤਾਂ ਉਹੀ ਚੀਜ਼ C ਪੁਆਇੰਟ ਤੇ ਜਾ ਵੜੀ 3 ਸਕਿੰਟ ਬਾਅਦ, ਉਹੀ ਚੀਜ਼ D ਪੁਆਇੰਟ ਤੇ ਚਲੀ ਗਈ 4 ਸਕਿੰਟ ਬਾਅਦ। ਹੁਣ ਇਹ ਕੀ ਹੋ ਰਿਹਾ? ਅਸਮਾਨ ਸਥਿਤੀ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੈ? ਸਮਾਂ ਅੰਤਰਾਲ ਕੀ ਹੈ? 5 ਸੈਕਿੰਡ ਦਾ, 4 ਸੈਕਿੰਡ ਦਾ, ਜਾਂ ਜਿੰਨਾ ਵੀ ਹੈ, ਠੀਕ ਹੈ। ਸਮਾਂ ਰਹੂਗਾ ਸੇਮ, ਪਰ ਜਿਹੜੀ ਉਹਦੀ ਸਥਿਤੀ ਕੀ ਹੈ? ਟਾਈਮ ਟੂ ਟਾਈਮ ਚੇਂਜ ਹੁੰਦੀ ਜਾਊਗੀ। ਜਿਵੇਂ 5 ਸੈਕਿੰਡ ਬਾਅਦ ਫਿਰ ਮੈਂ ਇੱਕ ਵਾਰੀ ਦੱਸ ਦਿੰਦਾ ਕਿ ਉਹ ਚਲੀ ਗਈ 2 ਮੀਟਰ, 5 ਸੈਕਿੰਡ ਬਾਅਦ ਫਿਰ ਉਹ ਚਲੀ ਗਈ 1 ਮੀਟਰ, 5 ਸੈਕਿੰਡ ਬਾਅਦ ਫਿਰ ਉਹ ਚਲੀ ਗਈ 3 ਮੀਟਰ। ਤਾਂ ਇਹਨੂੰ ਆਪਾਂ ਕੀ ਕਵਾਂਗੇ? ਅਸਮਾਨ ਗਤੀ। ਕਲੀਅਰ ਹੋ ਰਿਹਾ ਆਈ ਥਿੰਕ ਤੁਹਾਨੂੰ ਸਾਰੇ ਬੱਚਿਆਂ ਨੂੰ? ਮੈਂ ਜਿੰਨਾ ਸੌਖਾ ਹੋ ਸਕਦਾ ਉਨਾ ਸੌਖਾ ਕਰਾ ਰਿਹਾ। ਨੈਕਸਟ ਆ ਗਿਆ 4th ਪੁਆਇੰਟ, ਦੂਰੀ। ਹੁਣ ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪੁਆਇੰਟ ਆਉਂਦਾ ਆਪਣੇ ਕੋਲੇ ਕਿ ਕਿਹੜਾ ਹੋ ਸਕਦਾ? ਦੂਰੀ। ਦੂਰੀ ਨੂੰ ਆਪਾਂ ਕੀ ਕਹਿੰਦੇ ਆ? ਦੂਰੀ ਨੂੰ ਆਪਾਂ ਕਹਿੰਦੇ ਆ ਡਿਸਟੈਂਸ, ਠੀਕ ਹੈ। ਇਹ ਸਮਝੋ ਕਿ ਫਸਟ ਪਾਰਟ ਹੈ ਇਸ ਚੈਪਟਰ ਦੇ, ਆਪਾਂ ਬਹੁਤ ਪਾਰਟ ਕਰਾਂਗੇ ਐਗਜ਼ਾਮ ਤੱਕ। ਤਾਂ ਤੁਹਾਨੂੰ ਇੰਨਾ ਜ਼ਿਆਦਾ ਰਟਿਆ ਜਾਣਾ ਕਿ ਤੁਸੀਂ ਖੁਦ ਕਹੋਗੇ ਕਿ ਸਰ ਇੰਨਾ ਔਖਾ, ਤੁਸੀਂ ਇੰਨਾ ਸੌਖੇ ਵੇ ਨਾਲ ਆਪਾਂ ਕਰ ਲਿਆ। ਹੁਣ ਦੇਖੋ ਡਿਸਟੈਂਸ ਤੇ ਡਿਸਪਲੇਸਮੈਂਟ। ਇਹਨੂੰ ਪੰਜਾਬੀ 'ਚ ਵੀ ਦੱਸ ਦਿੰਦਾ। ਡਿਸਟੈਂਸ ਆਪਣੇ ਕੋਲ ਕੀ ਹੁੰਦਾ? ਦੂਰੀ ਹੁੰਦੀ ਹੈ, ਤੇ ਡਿਸਪਲੇਸ ਆਪਣੇ ਕੋਲ ਕੀ ਹੁੰਦਾ? ਵਿਸਥਾਪਨ ਹੁੰਦਾ, ਜਿਹੜਾ ਅੱਗੇ ਵਾਲਾ ਪੁਆਇੰਟ ਹੈ। ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਦੂਸਰੀ ਅੱਗੋਂ ਪੁਆਇੰਟ ਪੜ੍ਹੋਗੇ ਤੁਹਾਨੂੰ ਐ ਲੱਗੂ ਕਿ ਇਹ ਤਾਂ ਸੌਖਾ ਹੀ ਬਹੁਤ ਹੈ। ਹੁਣ ਇਹ ਦੋਨੋਂ ਚੀਜ਼ਾਂ ਦਿਮਾਗ 'ਚ ਬਿਠਾ ਲਓ ਆਪਣੇ, ਡਿਸਟੈਂਸ ਤੇ ਡਿਸਪਲੇਸਮੈਂਟ। ਇਹਨਾਂ ਨੂੰ ਤੁਹਾਨੂੰ ਮੈਂ ਅੱਗੇ ਕਲੀਅਰ ਕਰਾਉਣਾ। ਹੁਣ ਦੇਖੋ ਡਿਸਪਲੇਸਮੈਂਟ ਤੇ ਡਿਸਟੈਂਸ ਦਾ ਆਪਣੇ ਕੋਲ ਕੀ ਆਊਗਾ? ਦੋਨਾਂ ਕੋਲੇ ਆ ਗਿਆ ਡਿਸਟੈਂਸ ਤੇ ਆ ਗਿਆ ਡਿਸਪਲੇਸਮੈਂਟ। ਹੁਣ ਦੇਖੋ ਆਪਣੇ ਕੋਲ ਕੀ ਹੈ? ਇੱਕ A ਪੁਆਇੰਟ ਹੈ, ਆਪਾਂ ਚਲੇ ਗਏ B ਪੁਆਇੰਟ ਤੇ, ਠੀਕ ਹੈ। ਇਹ ਹੈਗਾ 4 ਕਿਲੋਮੀਟਰ। ਫਿਰ ਆਪਾਂ ਚਲੇ ਗਏ C ਪੁਆਇੰਟ ਤੇ, ਇਹ ਹੈਗਾ 3 ਕਿਲੋਮੀਟਰ। ਹੁਣ ਆਪਾਂ ਕਿੰਨਾ ਡਿਸਟੈਂਸ ਕਵਰ ਕੀਤਾ? ਟੋਟਲ ਡਿਸਟੈਂਸ ਆਪਾਂ ਕਵਰ ਕੀਤਾ 7 ਕਿਲੋਮੀਟਰ।
ਇੰਨਾ ਕਲੀਅਰ ਹੈ ਸਾਰੇ ਬੱਚਿਆਂ ਨੂੰ? ਪਤਾ ਲੱਗ ਗਿਆ ਕਿ ਜਿਹੜੀ ਤੈਅ ਕੀਤੀ ਗਈ ਦੂਰੀ ਹੁੰਦੀ ਹੈ, ਠੀਕ ਹੈ, ਉਹ ਹੋ ਸਕਦੀ ਹੈ ਕਿਸੇ ਵੀ ਦਿਸ਼ਾ ਦੇ ਵਿੱਚ, ਉਹਨੂੰ ਆਪਾਂ ਕੀ ਕਵਾਂਗੇ ਹੁਣ? ਡਿਸਟੈਂਸ। ਇਹ ਕਿੰਨਾ ਡਿਸਟੈਂਸ ਹੈ ਇਹਦੇ ਵਿੱਚ? 7 ਕਿਲੋਮੀਟਰ ਹੈਗਾ, ਇਹਦੇ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਹੁਣ ਦੇਖੋ ਆਪਾਂ A ਪੁਆਇੰਟ ਤੋਂ ਲੈ ਕੇ ਇੱਕ ਲਾਈਨ ਖਿੱਚਤੀ ਇੱਥੇ, ਮੰਨ ਲਓ ਇਹ ਹੈਗੀ ਹੈ C, ਠੀਕ ਹੈ, A ਤੇ C। ਹੁਣ ਇਹਦੇ ਵਿੱਚ ਕੀ ਹੈ, ਐਸਟੀਮੇਟ ਲਾ ਲਓ ਕਿ ਇਹਦਾ ਆਪਣੇ ਕੋਲ ਡਿਸਟੈਂਸ ਕਿੰਨਾ ਬਣ ਗਿਆ? 6 ਕਿਲੋਮੀਟਰ। ਤਾਂ ਜਿਹੜਾ ਇਹ ਸ਼ਾਰਟਕਟ ਰਸਤਾ ਹੈ, ਜਾਂ ਜਿਹੜਾ ਇਹਨੂੰ ਕਹਿ ਲਓ ਕਿ ਜਿਹਦੇ ਵਿੱਚ ਤੈਅ ਕਰਨ ਤੇ ਘੱਟ ਸਮਾਂ ਲੱਗਿਆ, ਠੀਕ ਹੈ, ਜਾਂ ਘੱਟ ਦੂਰੀ ਮਿਲੀ ਆਪਾਂ ਨੂੰ, ਉਹਨੂੰ ਆਪਾਂ ਕੀ ਕਵਾਂਗੇ? ਡਿਸਪਲੇਸਮੈਂਟ। ਡਿਸਪਲੇਸਮੈਂਟ ਕਿੰਨਾ ਆਪਣੇ ਕੋਲੇ? 6 ਕਿਲੋਮੀਟਰ। ਤਾਂ ਜਿਹੜੀ ਜਮਾਂ ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਮੈਂ ਇੱਕ ਡੈਫੀਨੇਸ਼ਨ ਦੱਸਾਂ, ਤਾਂ ਜਿਹੜਾ ਹੁੰਦਾ ਸ਼ਾਰਟਕਟ ਰਸਤਾ, ਸ਼ਾਰਟਕਟ ਰਸਤਾ ਹੁੰਦਾ ਜਿਹੜਾ, ਉਹਨੂੰ ਆਪਾਂ ਕੀ ਕਹਿੰਦੇ ਆ? ਵਿਸਥਾਪਨ। ਠੀਕ ਹੈ, ਇਹਦੇ ਵਿੱਚ ਡੈਫੀਨੇਸ਼ਨ ਹੁਣ ਪੜ੍ਹ ਕੇ ਦੇਖੋ, ਤੁਹਾਨੂੰ ਸੌਖੀ ਲੱਗੂਗੀ ਬਿਲਕੁਲ। ਜਦੋਂ ਕੋਈ ਵਸਤੂ ਇੱਕ ਥਾਂ ਤੋਂ ਦੂਸਰੀ ਥਾਂ ਤੇ ਛੋਟੇ ਸਿੱਧੇ ਰਸਤੇ ਨਾਲ, ਠੀਕ ਹੈ, ਛੋਟੇ ਸਿੱਧੇ ਰਸਤੇ ਨਾਲ ਗਤੀ ਕਰਕੇ ਅੰਤਿਮ ਪੁਆਇੰਟ ਤੇ ਪਹੁੰਚ ਜੇ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਡਿਸਪਲੇਸਮੈਂਟ ਜਾਂ ਵਿਸਥਾਪਨ। ਆਈ ਥਿੰਕ ਕਲੀਅਰ ਹੋ ਗਿਆ ਹੋਣਾ। ਲਓ ਤੁਹਾਨੂੰ ਮੈਂ ਡਿਸਟੈਂਸ ਦੀ ਵੀ ਦੱਸ ਦਿੰਦਾ ਅੱਗੋਂ, ਤੁਸੀਂ ਨਹੀਂ ਪੜ੍ਹੀ ਤਾਂ ਕਈ ਬੱਚਿਆਂ ਨੇ। ਦੇਖੋ ਜਦੋਂ ਕੋਈ ਵਸਤੂ ਗਤੀ ਕਰਕੇ ਇੱਕ ਸਥਾਨ ਤੋਂ ਦੂਜੀ ਸਥਾਨ ਤੇ ਸਿੰਪਲ, ਨਾ ਕੋਈ ਰਸਤਾ ਸ਼ਾਰਟਕਟ ਹੈਗਾ, ਸਿਰਫ ਉਹਨੇ ਕੀ ਹੈ, ਮੰਨ ਲਓ ਗਤੀ ਕਰਕੇ ਸਿੱਧੀ ਤੁਰ ਕੇ ਤੇ ਆਪਣਾ 5 ਕਿਲੋਮੀਟਰ ਚਲੀ ਗਈ, ਉਹਨੇ ਕੁਛ ਨਹੀਂ ਦੇਖਿਆ ਰਸਤੇ 'ਚ ਕੀ ਆ ਰਿਹਾ ਕੀ ਨਹੀਂ, ਕਿੱਥੇ ਮੰਜ਼ਿਲ ਵੀ ਨਹੀਂ ਕਈ ਵਾਰੀ ਪਤਾ ਹੁੰਦੀ, ਸਿਰਫ ਉਹਨੂੰ ਕੀ ਹੈ ਤੈਅ ਕੀਤਾ, ਉਹਨੇ ਦੂਰੀ ਤੈਅ ਕੀਤੀ ਹੈ, ਉਹਨੂੰ ਕੀ ਕਹਾਂਗੇ ਆਪਾਂ? ਡਿਸਟੈਂਸ। ਉਹਦੇ ਪਥ ਦੀ ਲੰਬਾਈ ਸਿਰਫ, ਮਤਲਬ ਉਹਨੇ ਕੀ ਹੈ, ਲੰਬਾਈ ਜਿਹੜੀ ਹੁੰਦੀ ਹੈ A ਤੇ B ਪੁਆਇੰਟ ਦੀ, ਉਹਨੂੰ ਆਪਾਂ ਕੀ ਕਹਿੰਦੇ ਆ? ਦੂਰੀ। ਬਸ, ਕਿਉਂਕਿ ਉੱਥੇ ਨਾ ਕੋਈ ਮਿੱਥਿਆ ਹੋਇਆ ਕੋਈ ਰਸਤਾ ਹੁੰਦਾ, ਕੁਝ ਵੀ ਨਹੀਂ ਹੁੰਦਾ, ਸਿਰਫ ਜਿਹੜੀ ਉਹ ਲੰਬਾਈ ਹੁੰਦੀ ਹੈ ਉਹਨੂੰ ਆਪਾਂ ਦੂਰੀ ਦੇ ਵਿੱਚ ਕਾਊਂਟ ਕਰਦੇ ਆ, ਡਿਸਟੈਂਸ ਦੇ ਵਿੱਚ ਕਾਊਂਟ ਕਰਦੇ ਆ। ਨੈਕਸਟ ਵਿਸਥਾਪਨ ਵੀ ਕਲੀਅਰ ਹੋ ਗਿਆ। ਨੈਕਸਟ ਚੱਲਦੇ ਹਾਂ ਹੁਣ 6th ਵੱਲ। 6th ਆ ਗਿਆ ਆਪਣੇ ਕੋਲੇ ਚਾਲ। ਚਾਲ ਨੂੰ ਆਪਾਂ ਕੀ ਕਹਿੰਦੇ ਆ ਇੰਗਲਿਸ਼ ਦੇ ਵਿੱਚ? ਉਹ ਹੁੰਦੀ ਹੈ ਸਪੀਡ। ਠੀਕ ਹੈ, ਹੁਣ ਸਪੀਡ ਦਾ ਤਾਂ ਆਈ ਥਿੰਕ ਜ਼ਿਆਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ, ਫਿਰ ਵੀ ਤੁਹਾਨੂੰ ਦੱਸ ਦਿੰਦਾ, ਕਿਸੇ ਗਤੀ ਕਰਨ ਵਾਲੀ ਵਸਤੂ ਦੁਆਰਾ ਇਕਾਈ ਸਮੇਂ ਵਿੱਚ, ਯੂਨਿਟ ਟਾਈਮ ਦੇ ਵਿੱਚ ਜਿਹੜੀ ਤੈਅ ਕੀਤੀ ਗਈ ਦੂਰੀ ਹੁੰਦੀ ਹੈ, ਠੀਕ ਹੈ, ਉਹ ਕੀ ਖਵਾਉਂਦੀ ਹੈ? ਸਪੀਡ ਖਵਾਉਂਦੀ ਹੈ। ਇਹਦਾ SI ਯੂਨਿਟ ਕੀ ਹੁੰਦਾ? ਇਹਦਾ SI ਯੂਨਿਟ ਹੁੰਦਾ ਮੀਟਰ ਪ੍ਰਤੀ ਸੈਕਿੰਡ। ਠੀਕ ਹੈ, ਇਹਦਾ SI ਯੂਨਿਟ ਕੀ ਹੁੰਦਾ ਆਪਣੇ ਕੋਲੇ? ਮੀਟਰ ਪ੍ਰਤੀ ਸੈਕਿੰਡ ਹੁੰਦਾ। ਹੁਣ ਦੇਖੋ ਚਾਲ ਕੀ ਹੋ ਗਈ ਆਪਣੇ ਕੋਲ? ਸਪੀਡ ਨੋਰਮਲ ਜੀ ਚੀਜ਼ ਹੈ। A ਤੇ B ਪੁਆਇੰਟ ਦੀ ਜਿਹੜੀ ਆਪਣੇ ਕੋਲ ਲੰਬਾਈ ਹੈਗੀ 5 ਕਿਲੋਮੀਟਰ, ਤੇ ਇਹਦੇ ਵਿੱਚ ਕੀ ਹੈ? ਸਪੀਡ ਆਪਣੀ ਕਿੰਨੀ ਹੈ? ਮੰਨ ਲਓ ਆਪਾਂ ਜਾ ਰਹੇ ਹਾਂ 40 ਕਿਲੋਮੀਟਰ ਤੇ, ਇਹ ਜਿਹੜਾ 40 ਕਿਲੋਮੀਟਰ ਹੈ ਉਹ ਆਪਣੇ ਕੋਲ ਕੀ ਹੈ? ਚਾਲ। ਠੀਕ ਹੈ, ਜੇ ਮੰਨ ਲਓ ਤੁਰ ਕੇ ਤੁਸੀਂ ਭੱਜ ਕੇ ਜਾ ਰਹੇ ਹੋ ਤਾਂ ਤੁਹਾਡੀ ਕਿੰਨੀ ਹੈ? 5 ਕਿਲੋਮੀਟਰ ਦੀ ਹੈ ਪ੍ਰਤੀ ਘੰਟੇ ਦੀ ਰਫ਼ਤਾਰ, ਉਹ ਕੀ ਆਪਣੇ ਕੋਲੇ? ਚਾਲ ਹੈ। ਬਸ ਨੋਰਮਲ ਜਿਹੜਾ ਜਿੰਨੀ ਸੌਖੀ ਹੋ ਸਕਦੀ ਹੈ ਡੈਫੀਨੇਸ਼ਨ, ਨੂਮੈਰਿਕ ਵਗੈਰਾ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ। ਨੈਕਸਟ ਆ ਗਈ ਹੁਣ ਸਮਾਨ ਚਾਲ। ਸਮਾਨ ਚਾਲ ਕੀ ਹੁੰਦੀ ਹੈ? ਸਮਾਨ ਚਾਲ ਹੁੰਦੀ ਹੈ ਆਪਣੇ ਕੋਲੇ ਜਦੋਂ ਕੋਈ ਵਸਤੂ ਹੈ ਜਾਂ ਇਨਸਾਨ ਹੈ ਜਾਂ ਕੋਈ ਚੀਜ਼ ਹੈ, ਨਿਰਜੀਵ ਹੈ, ਠੀਕ ਹੈ, ਸੰਜੀਵ ਹੈ, ਕੁਛ ਵੀ ਹੈ, ਇੱਕ ਸਮਾਨ ਸਮੇਂ ਦੇ ਅੰਤਰਾਲ ਨਾਲ ਇੱਕ ਸਮਾਨ ਦੂਰੀ ਤੈਅ ਕਰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਸਮਾਨ ਚਾਲ। ਹੁਣ ਦੇਖੋ A ਤੋਂ B ਪੁਆਇੰਟ ਤੇ ਸੀਗਾ ਆਪਣੇ ਕੋਲੇ 10 ਕਿਲੋਮੀਟਰ, ਉਹਨੇ ਤੈਅ ਕੀਤਾ 1 ਘੰਟੇ ਦੇ ਵਿੱਚ। B ਤੋਂ C ਪੁਆਇੰਟ ਕਿੰਨਾ ਸੀਗਾ? 10 ਕਿਲੋਮੀਟਰ, ਉਹਨੇ ਤੈਅ ਕੀਤਾ 1 ਘੰਟੇ ਦੇ ਵਿੱਚ। ਤੇ B ਤੋਂ C ਪੁਆਇੰਟ ਸੀਗਾ ਜਿਹੜਾ, ਉਹ ਕਿੰਨਾ ਸੀਗਾ? 10 ਕਿਲੋਮੀਟਰ, ਉਹਨੇ ਕੀ ਕੀਤਾ? 1 ਘੰਟੇ ਦੇ ਵਿੱਚ ਤੈਅ ਕੀਤਾ। ਤਾਂ ਇਹ ਆਪਣੇ ਕੋਲ ਕੀ ਹੋ ਗਿਆ? ਇਹ ਆਪਣੇ ਕੋਲ ਹੋ ਗਿਆ ਸਮਾਨ ਚਾਲ ਚੱਲ ਰਿਹਾ ਹੋ। ਠੀਕ ਹੈ, ਮਤਲਬ ਤੁਸੀਂ ਸਕੂਲ ਤੋਂ ਘਰ ਆਏ, ਸਕੂਲ ਤੋਂ ਤੁਹਾਡੀ ਘਰ ਦੀ ਦੂਰੀ ਕਿੰਨੀ ਹੈ? 3 ਕਿਲੋਮੀਟਰ, ਤੁਸੀਂ ਲਗਾ ਦਿੰਦੇ ਆ 10 ਮਿੰਟ ਜਾਂ 15 ਮਿੰਟ ਰੋਜ਼ ਡੇਲੀ। ਤੇ ਘਰ ਤੋਂ ਸਕੂਲ ਦੀ ਦੂਰੀ ਕਿੰਨੀ ਹੈ ਤੁਹਾਡੀ? ਸੇਮ ਹੀ ਹੈ, ਤਾਂ ਉਹਦੇ ਤੇ ਵੀ ਸੇਮ ਟਾਈਮ ਲੱਗਦਾ, ਤਾਂ ਉਹ ਆਪਣੇ ਕੋਲ ਕੀ ਹੈ? ਤੁਹਾਡੀ ਉਹ ਸਮਾਨ ਚਾਲ ਹੈ। ਤੁਸੀਂ ਸਮਾਨ ਚਾਲ ਚੱਲਦੇ ਆ, ਉਹਦੇ 'ਚ ਵੱਧ ਘੱਟ ਨਹੀਂ ਹੁੰਦੀ। ਹੁਣ ਨੈਕਸਟ ਕੀ ਹੈ ਆਪਣੇ ਕੋਲੇ? ਨੈਕਸਟ ਹੈਗੀ ਆਪਣੇ ਕੋਲੇ ਔਸਤ ਚਾਲ। ਇਹਦੇ ਵਿੱਚ ਡਿਫਰੈਂਸ ਹੈ ਦੋਨਾਂ ਚੀਜ਼ਾਂ ਦੇ ਵਿੱਚ। ਸਮਾਨ ਚਾਲ ਤਾਂ ਹੋ ਗਈ ਸੇਮ ਜਿਹੜੀ ਚੱਲੀ ਜਾਂਦੀ ਹੈ, ਠੀਕ ਹੈ, ਮਤਲਬ ਘੰਟੇ 'ਚ ਹੀ ਤੁਸੀਂ 10 ਕਿਲੋਮੀਟਰ ਕੀਤਾ, ਉਸ ਤੋਂ ਬਾਅਦ ਵੀ ਘੰਟੇ 'ਚ 10 ਕਿਲੋਮੀਟਰ ਕੀਤਾ। ਹੁਣ ਇਹਦੇ ਵਿੱਚ ਕੀ ਹੈ? ਔਸਤ ਚਾਲ, ਜਿਹਨੂੰ ਆਪਾਂ ਕਹਿ ਦਿੰਦੇ ਆ ਐਵਰੇਜ ਸਪੀਡ। ਐਵਰੇਜ ਸਪੀਡ, ਜਿਵੇਂ ਆਪਾਂ ਕਈ ਵਾਰੀ ਕੋਈ ਚੀਜ਼ ਖਰੀਦਣ ਜਾਂਦੇ ਹਾਂ, ਇਹਦੀ ਐਵਰੇਜ ਕਿੰਨੀ ਹੈ? ਠੀਕ ਹੈ, ਐਵਰੇਜ ਸਪੀਡ ਮਤਲਬ ਹੁਣ ਤੁਸੀਂ ਨੋਰਮਲ ਜੀ ਚੀਜ਼ ਲੈ ਲਓ ਕਿ ਤੁਸੀਂ ਐਕਟਿਵਾ ਖਰੀਦਣ ਜਾ ਰਹੇ ਹੋ, ਠੀਕ ਹੈ, ਉੱਥੇ ਤੁਸੀਂ ਕੀ ਆ ਉਹਨਾਂ ਨੂੰ ਕੀ ਪੁੱਛੋਗੇ ਕਿ ਇਹਦੀ ਐਵਰੇਜ ਕਿੰਨੀ ਹੈ?
ਐਵਰੇਜ मतलब ਹੁਣ ਦੇਖੋ ਹੁਣ ਪ੍ਰੋਪਰ ਤੁਹਾਨੂੰ ਨਹੀਂ ਦੱਸਣਗੇ ਕਿਉਂਕਿ ਹਰੇਕ ਦੀ ਅਲੱਗ-ਅਲੱਗ ਵੀ ਹੋ ਸਕਦੀ ਹੈ, ਸੇਮ ਵੀ ਹੋ ਸਕਦੀ ਹੈ। ਹੁਣ ਸਿਰਫ ਤੁਹਾਨੂੰ ਇਹ ਕਹਿ ਦੇਣਗੇ ਕਿ 1 ਲੀਟਰ ਦੇ ਵਿੱਚ, ਠੀਕ ਹੈ, 1 ਲੀਟਰ ਦੇ ਵਿੱਚ ਇਹ ਜਾਂਦੀ ਹੈ 50 ਕਿਲੋਮੀਟਰ। ਤਾਂ ਉਹ ਜਿਹੜੀ 1 ਲੀਟਰ 'ਚ 50 ਕਿਲੋਮੀਟਰ ਹੈ ਉਹ ਆਉਂਦੀ ਕੀ ਹੋਈ, ਐਵਰੇਜ, ਠੀਕ ਹੈ। ਤਾਂ ਉਸ ਸਪੀਡ ਨਾਲ ਵੀ ਸੇਮ ਹੀ ਹੈ ਕਿ ਕਿਸੇ ਵਸਤੂ ਦੁਆਰਾ ਯੂਨਿਟ ਟਾਈਮ ਦੇ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਕੀ ਕਹਿੰਦੇ ਆ, ਔਸਤ ਚਾਲ। ਦੇਖੋ ਤੁਸੀਂ 60 ਕਿਲੋਮੀਟਰ ਜਾਣਾ, ਠੀਕ ਹੈ, 60 ਕਿਲੋਮੀਟਰ ਤੁਸੀਂ ਗਏ ਆ ਜਦੋਂ 3 ਘੰਟਿਆਂ ਦੇ ਵਿੱਚ, ਤੇ 3 ਘੰਟਿਆਂ ਦੇ ਵਿੱਚ ਜਿਹੜੀ ਤੁਹਾਡੀ ਸਪੀਡ ਰਹੀ ਹੈ 30 ਕਿਲੋਮੀਟਰ ਜਾਂ 20 ਕਿਲੋਮੀਟਰ ਦੀ ਲੈ ਲਓ, ਠੀਕ ਹੈ, ਉਹ 20 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ। ਫਿਰ ਹੀ ਤੁਸੀਂ 3 ਘੰਟਿਆਂ ਦੇ ਵਿੱਚ 60 ਕਿਲੋਮੀਟਰ ਪਹੁੰਚੋਗੇ। 20 ਕਿਲੋਮੀਟਰ ਉਹ ਤੁਹਾਡੀ ਕੀ ਹੈ, ਉਹ ਹੈਗੀ ਹੈ ਤੁਹਾਡੀ ਔਸਤ ਚਾਲ। ਮਤਲਬ ਤੁਸੀਂ ਐਵਰੇਜ 20 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਉਹ ਜਿਹੜੀ ਬਾਈਕ ਹੈ ਕਹਿ ਲਓ ਜਾਂ ਐਕਟਿਵਾ ਹੈ, ਕੁਛ ਵੀ ਹੈ, ਉਹ ਤੁਸੀਂ ਚਲਾਈ ਹੈ, ਇਹਨੂੰ ਕਹਿੰਦੇ ਆਪਾਂ ਔਸਤ ਚਾਲ। ਨੈਕਸਟ ਚੱਲਦੇ ਹਾਂ ਆਪਾਂ 9th ਵੱਲ। 9th ਕੀ ਹੈਗਾ, ਮੋਸਟ ਇੰਪੋਰਟੈਂਟ, ਤੇ ਇਸ ਤੋਂ ਬਾਅਦ ਅੱਗੇ ਹੋਰ ਬਣਨਗੇ ਨਾਲ ਹੀ ਇਹਦੇ ਵੇਗ। ਵੇਗ ਕੀ ਹੁੰਦਾ ਆਪਣੇ ਕੋਲੇ, ਵੇਗ ਹੁੰਦੀ ਹੈ ਆਪਣੇ ਕੋਲੇ ਵੈਲੋਸਿਟੀ। ਵੈਲੋਸਿਟੀ ਮੋਸਟ ਇੰਪੋਰਟੈਂਟ, ਤੇ ਅੱਗੋਂ ਪ੍ਰਵੇਗ ਵੀ ਆਊਗਾ, ਐਕਸਲਰੇਸ਼ਨ ਹੈ ਜਿਹੜਾ, ਉਹ ਵੀ ਦੋਵੇਂ ਟੌਪਿਕ ਬਹੁਤ ਇੰਪੋਰਟੈਂਟ ਹੈ ਮੋਸ਼ਨ ਦੇ ਵਿੱਚ। ਹੁਣ ਦੇਖੋ, ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਵਿਸ਼ੇਸ਼ ਦਿਸ਼ਾ ਵਿੱਚ, ਇਸ ਚੀਜ਼ ਜਿਹੜਾ ਚੀਜ਼ ਹੈ ਇਹਦਾ ਧਿਆਨ ਰੱਖਣਾ ਖਾਸ, ਵਿਸ਼ੇਸ਼ ਦਿਸ਼ਾ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਕੀ ਕਹਿੰਦੇ ਆ, ਵੇਗ ਕਹਿੰਦੇ ਆ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਆਪਣੇ ਕੋਲ ਹੈਗਾ, ਆਪਾਂ कहता कि अपना घर है, ए पॉइंट है ਜਿਹੜਾ अपना घर है, ਤੇ बी पॉइंट अपना की है, ऑफिस। ऑफिस ਹੁਣ ए पॉइंट ਤੋਂ ਤੇ ਆਪਾਂ ਘਰ ਤੋਂ ਜਾਣਾ ਆਪਾਂ ऑफिस ਵੱਲ ਨੂੰ, ਆਪਣੇ ਕੋਲ ਕੀ ਦਿੱਤੀ ਹੋਈ ਹੈ, ਦਿਸ਼ਾ ਦਿੱਤੀ ਹੋਈ ਹੈ ਵਿਸ਼ੇਸ਼। मतलब ਆਪਾਂ ਇੱਥੇ ਹੀ ਜਾਣਾ, ਰਸਤੇ 'ਚ ਨਹੀਂ ਰੁਕ ਸਕਦੇ ਤੇ ਨਾ ਹੀ ਆਪਾਂ ਰੁਕਣਾ। ਤਾਂ ਉਹਦੇ ਵਿੱਚ ਕੀ ਹੈ, ਆਪਣਾ ਘਰ ਕਿੰਨੀ ਦੂਰ ਹੈ, 10 ਕਿਲੋਮੀਟਰ ਹੈ, ਠੀਕ ਹੈ। ਇਹਨੂੰ ਆਪਾਂ ਕੀ ਕਵਾਂਗੇ, ਜਿਹੜੀ 10 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਉਹ ਕਾਹਦੇ ਨਾਲ ਤੈਅ ਕੀਤੀ ਹੈ ਆਪਾਂ, ਵੈਲੋਸਿਟੀ ਦੇ ਨਾਲ, ਠੀਕ ਹੈ। ਵੈਲੋਸਿਟੀ ਅੱਗੋਂ ਹੁਣ ਦੋ ਪਾਰਟ ਹੁੰਦੇ ਆ ਵੈਲੋਸਿਟੀ ਦੇ, ਉਹ ਵੀ ਆਪਾਂ ਕਰਦੇ ਹਾਂ, ਪਰ ਇੱਕ ਚੀਜ਼ ਦਾ ਧਿਆਨ ਰੱਖੋ ਬਸ ਕਿ ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ ਦਿਸ਼ਾ ਵੀ ਹੁੰਦੀ ਹੈ, ਠੀਕ ਹੈ, ਦਿਸ਼ਾ ਵੀ ਹੁੰਦੀ ਹੈ, डिस्टेंस, ठीक है, दूरी भी होंगी अपने को, मैगनीट्यूड भी होंगे। ये आप अगे गल करांगे, बस तुम बेसिक समझो पहला, थोड़ा मैं जो सम होए उदों निक्कियां निक्कियां चीज़ां दसूँगा। हुण अगों आ गया अपने को समरूप, एक समान वेग, एक समान वेग। समरूप का मतलब की होंदा, सम का मतलब थोड़ा PS टैट दे विच मैथ दे विच थोड़ा प्रॉपर तैयारी कराई जो दसूँगा। सम का मतलब वैसे अपने को होंदा बराबर कोई चीज़, तो उत्थे ये लिया इन्होंने कि समान कोई चीज़। किसी वस्तु नूं उस समय समरूप वेग नाल गति करदिआं आखिया जांदा है जदों खास दिशा, ठीक है, ए पॉइंट तो घर तो ऑफिस वाल दिशा की है, खास है, दिती हुई है, विशेष है। हुण इहदे विच की है, जिहड़ा समा अंतराल भी है समान दूरी तय करदा है। हुण तुहानूं मैं फिर दस दिना, ए तो बी वाल 10 किलोमीटर, तुसीं पहले 10 मिनटां च किन्ना गए 5 किलोमीटर, ते अगले 10 मिनटां च किन्ना गए 5 किलोमीटर। देखो दिशा भी दिती है, जिहड़ा समय का अंतराल है 10-10 मिनट का वो भी सेम है, तो सेम ही तुसीं डिस्टेंस कवर कर रहे हो, डिस्टेंस भी कितना सेम है। तो इनू आपां की कहांगे, एक समान वेग, ठीक है, एक समान वेलोसिटी कहांगे इनू आपां, सेम वेलोसिटी। नैक्सट चलते हैं आपां, जदों कोई वस्तु है जिहड़ी एक समान वेग नाल गति करती है तो इसका वेग भी की हुंदा है, बराबर ही हुंदा है। नैक्सट चलते हैं आपां असमान वेग। हुण इत्थे 3 पॉइंट नोट करने तुसीं। असमान वेग दे विच असमान वेग कदों हुंदा, कदों हुंदा असमान वेग। फस्ट पॉइंट अपने कोल की है कि जदों अपनी दिशा बदलदा। हुण देखो ए पॉइंट ते घर ते बी पॉइंट ते ऑफिस, सेम 10 किलोमीटर, 5 किलोमीटर 10 मिनट ते 5 किलोमीटर 10 मिनट। हुण इत्थे की होऊगा, जे ए तो इन्हें थोड़ा जा भी इधर नूं ले लिया, ठीक है, नवा रस्ता बना लिया सी, तब जाना पर बी वाली है, तो उत्थे चेंज हो गया, उत्थे की हो गया असमान। क्यों होया, क्योंकि जे 5 किलोमीटर का नाले तो अद्धा किलोमीटर वधूगा, तो नाले कोई 2-4 मिनट भी वधणगे, वो की हो गया अपने को असमान वेग। पहला अपने को प्रूफ हो गया पॉइंट। दूजा पॉइंट है चाल बदले, तो पहला तो 5 किलोमीटर की कह लो रफ्तार 10 मिनटा च तय करता है, 5 किलोमीटर डिस्टेंस है जो 10 मिनट से तय करता है, ठीक है, तो उनकी रफ्तार मान के चलो उत्थे 10-15 की होगी। तो जे उत्थे उन्हें 10-15 की जगह तो 12
ਜਾਂ 13 ਦੀ ਕਰਤੀ ਤਾਂ ਉਹ ਚੇਂਜ ਹੋ ਗਿਆ ਸਾਰਾ, ਕਹਿ ਲਓ ਮੈਪ ਹਿੱਲ ਗਿਆ, ਤਾਂ ਉੱਥੇ ਕੀ ਹੈ ਅਸਮਾਨ ਵੇਗ ਹੋ ਜਾਊਗਾ। ਨੈਕਸਟ ਹੈ ਚਾਲ ਅਤੇ ਦਿਸ਼ਾ, ਜਦੋਂ ਦੋਵੇਂ ਹੀ ਬਦਲ ਜਾਂਦੀਆਂ। ਏ ਤੋਂ ਜਾਣਾ ਉੱਤੋਂ ਦੀ ਗਿਆ ਬਾਈਪਾਸ ਹੋ ਕੇ, ਠੀਕ ਹੈ, ਫਿਰ ਬਾਈਪਾਸ ਹੋ ਕੇ ਉੱਪਰੋਂ ਦੀ ਗਿਆ, ਬੀ ਤੇ ਪਹੁੰਚਿਆ, ਇੱਥੇ ਸੇਮ ਡਿਸਟੈਂਸ ਵੀ ਨਹੀਂ ਰਿਹਾ ਤੇ ਨਾ ਹੀ ਇੱਥੇ ਸੇਮ ਚਾਲ ਰਹੀ ਹੈ, ਤਾਂ ਉਹ ਕੀ ਹੋ ਗਿਆ ਅਸਮਾਨ ਵੇਗ ਵਿੱਚ ਆ ਗਿਆ। ਕਲੀਅਰ ਹੋ ਰਿਹਾ ਆਈ ਥਿੰਕ ਸਾਰੇ ਬੱਚਿਆਂ ਨੂੰ। ਨੈਕਸਟ ਚੱਲਦੇ ਆਪਾਂ ਇਹਨਾਂ ਦੀ SI ਯੂਨਿਟ, ਨਿਊਮੈਰਿਕ, ਥਿਊਰਮ ਵਗੈਰਾ ਜਿੰਨਾ ਕੁਝ ਵੀ ਹੈ ਸਭ ਕਰਾਂਗੇ। ਪਹਿਲਾਂ ਤੁਸੀਂ ਬੇਸਿਕ ਸਮਝ ਲਓ। ਹੁਣ ਦੇਖੋ ਅੱਗੋਂ ਆ ਗਿਆ ਪ੍ਰਵੇਗ। ਪ੍ਰਵੇਗ ਨੂੰ ਆਪਾਂ ਕੀ ਕਹਿੰਦੇ ਆ? ਪ੍ਰਵੇਗ ਨੂੰ ਆਪਾਂ ਕਹਿੰਦੇ ਆ ਐਕਸਲਰੇਸ਼ਨ। ਐਕਸਲਰੇਸ਼ਨ, ਹੁਣ ਐਕਸਲਰੇਸ਼ਨ ਦੀ ਇੱਕ ਸਿੰਪਲ ਜੀ ਚੀਜ਼ ਤਾਂ ਤੁਸੀਂ ਸਾਰਿਆਂ ਨੇ ਐਕਸਲਰੇਟ ਕਰਨਾ ਕਿਸੇ ਚੀਜ਼ ਨੂੰ, ਠੀਕ ਹੈ, ਇਹ ਤਾਂ ਸਭ ਨੇ ਪਤਾ ਹੀ ਹੋਣਾ। ਐਕਸਲਰੇਟ ਕੀਤਾ ਤਾਂ ਜੇ ਉਹ 5 ਦੀ ਸਪੀਡ ਤੇ ਹੈ ਤਾਂ ਉਹ ਹੋ ਗਈ 15 ਤੇ, ਜੇ ਉਹ 10 ਤੇ ਹੈ ਤਾਂ ਉਹ ਹੋ ਗਈ 20 ਤੇ, ਠੀਕ ਹੈ। ਉਹਨੂੰ ਆਪਾਂ ਕੀ ਕਹਿੰਦੇ ਆ? ਜਦੋਂ ਸਪੀਡ ਦੇ ਵਿੱਚ ਚੇਂਜ ਹੁੰਦਾ ਉਹਨੂੰ ਕਹਿੰਦੇ ਆ ਐਕਸਲਰੇਟ ਕਰਦਾ ਉਹ, ਠੀਕ ਹੈ। ਉਹੀ ਇੱਥੇ ਸੇਮ ਹੈ ਕਿ ਕਿਸੇ ਗਤੀ ਕਰਦੀ ਹੋਈ ਵਸਤੂ ਦਾ ਵੇਗ, ਵੇਗ ਕੀ ਹੁੰਦਾ? ਉਹਦੇ ਵਿੱਚ ਦਿਸ਼ਾ ਵੀ ਦਿੱਤੀ ਹੈ, ਠੀਕ ਹੈ, ਮੈਗਨੀਟਿਊਡ ਵੀ ਹੈਗਾ, ਤਾਂ ਉਹਦੇ ਵਿੱਚ ਪਰਿਵਰਤਨ ਆਉਂਦਾ। ਜਿਹੜੀ ਦਰ ਨਾਲ ਪਰਿਵਰਤਨ ਆਉਂਦਾ ਉਹਨੂੰ ਆਪਾਂ ਕੀ ਕਹਿੰਦੇ ਆ? ਪ੍ਰਵੇਗ ਕਹਿੰਦੇ ਆ। ਦੇਖੋ ਇਹਦੀ ਐਗਜ਼ਾਮਪਲ ਦਿੰਦਾ ਮੈਂ। ਮੰਨ ਲਓ ਆਪਣੇ ਕੋਲ ਉਹੀ ਬਾਈਕ ਹੈਗੀ ਹੈ, ਠੀਕ ਹੈ, ਬਾਈਕ ਜਾ ਰਹੀ ਹੈ, ਇੱਥੋਂ ਸਟਾਰਟ ਕੀਤੀ 5 ਕਿਲੋਮੀਟਰ ਨਾਲ, ਚਲਦੀ 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 ਇੱਥੋਂ ਸਟਾਰਟ ਹੋਈ ਸੀ A ਪੁਆਇੰਟ ਤੋਂ, ਚਲਦੀ ਚਲਦੀ ਉੱਥੇ ਕੀ ਹੋ ਗਈ? ਇਹ ਚੱਲੀ ਸੀ 5 ਕਿਲੋਮੀਟਰ ਦੀ ਸਪੀਡ ਨਾਲ, ਚਲਦੀ ਚਲਦੀ ਇਹ ਹੋ ਗਈ 50 ਕਿਲੋਮੀਟਰ ਦੀ ਸਪੀਡ ਤੇ, ਪਹੁੰਚਦੀ 50 ਕਿਲੋਮੀਟਰ ਦੀ ਸਪੀਡ ਹੋ ਗਈ। ਜਿਹੜਾ ਉਹ ਚੇਂਜ ਆਇਆ 5 ਤੋਂ 50 ਦੇ ਵਿੱਚ, ਉਹਨੂੰ ਆਪਾਂ ਕੀ ਕਵਾਂਗੇ? ਪ੍ਰਵੇਗ, ਐਕਸਲਰੇਸ਼ਨ। ਉਹਨੂੰ ਕੀ ਕਵਾਂਗੇ? ਐਕਸਲਰੇਸ਼ਨ। ਨੈਕਸਟ ਚੱਲਦੇ ਹਾਂ। ਇਹਦੀ SI ਇਕਾਈ ਤੁਸੀਂ ਯਾਦ ਰੱਖ ਲਿਓ। ਇਹਦੀ SI ਇਕਾਈ ਕੀ ਹੁੰਦੀ ਹੈ? ਮੀਟਰ ਪ੍ਰਤੀ ਸੈਕਿੰਡ ਸਕੁਅਰ। ਹੁਣ ਇੱਥੇ -2 ਕਈ ਬੱਚੇ ਪੁੱਛਣਗੇ ਕਿਉਂ ਲਿਖਿਆ ਹੈ? ਕਿਉਂਕਿ ਜੇ ਹੁਣ ਆਪਾਂ ਉੱਪਰ ਲੈ ਆਏ ਇਹਨੂੰ ਤਾਂ ਉਹ ਕੀ ਬਣ ਜਾਊਗਾ ਆਪਣੇ ਕੋਲੇ? ਮੀਟਰ ਸੈਕਿੰਡ ਦੀ -2, ਸੇਮ ਹੀ ਹੈ, ਜੋ ਮਰਜ਼ੀ ਲਿਖਿਆ ਹੋਵੇ ਸੇਮ ਟੂ ਸੇਮ ਹੈ, ਠੀਕ ਹੈ। ਇਹਦੀ SI ਯੂਨਿਟ ਹੁੰਦੀ ਹੈ ਐਕਸਲਰੇਸ਼ਨ ਦੀ। ਨੈਕਸਟ ਚੱਲਦੇ ਹਾਂ। ਜਿਨ੍ਹਾਂ ਦੇ ਸਾਰਾ ਬੇਸ ਟਿਕਿਆ ਹੋਇਆ ਯੂਨਿਟਸ ਦਾ, ਜਾਂ ਕਹਿ ਲਓ ਜਿੰਨੇ ਵੀ ਤੁਹਾਨੂੰ ਦਿੱਤੇ ਹੋਏ ਆ ਦੂਰੀ ਵਗੈਰਾ, ਉਹ ਟਿਕਿਆ ਹੋਇਆ ਦੋ ਚੀਜ਼ਾਂ ਤੇ, ਸਦਿਸ਼ ਤੇ ਅਦਿਸ਼ ਰਾਸ਼ੀ, ਜਿਹਨੂੰ ਆਪਾਂ ਕਹਿੰਦੇ ਆ ਇੰਗਲਿਸ਼ ਦੇ ਵਿੱਚ ਵੈਕਟਰ ਕੁਆਂਟੀਟੀ ਤੇ ਨੈਕਸਟ ਹੈ ਸਕੇਲਰ ਕੁਆਂਟੀਟੀ, ਠੀਕ ਹੈ। ਹੁਣ ਇਹਦੇ ਵਿੱਚ ਕੀ ਆਊਗਾ? ਵੈਕਟਰਸ ਜਾਂ ਸਦਿਸ਼ ਰਾਸ਼ੀ ਕੀ ਹੁੰਦੀ ਹੈ? ਉਹ ਰਾਸ਼ੀ ਜਿਹਦੇ ਵਿੱਚ ਪਰਿਮਾਣ ਵੀ ਹੁੰਦਾ, ਮਤਲਬ ਕੋਈ ਕਹਿ ਲਓ 4 ਕਿਲੋਮੀਟਰ ਜਾਣਾ ਹੈ, 3 ਕਿਲੋਮੀਟਰ ਜਾਣਾ, ਠੀਕ ਹੈ, ਉਹਦੇ ਵਿੱਚ ਪਰਿਮਾਣ ਵੀ ਹੁੰਦਾ ਤੇ ਉਹਦੇ ਵਿੱਚ ਆਪਣੇ ਕੋਲ ਕੀ ਹੈ? ਦਿਸ਼ਾ ਵੀ ਹੁੰਦੀ ਹੈ। ਉਹਨੂੰ ਆਪਾਂ ਕੀ ਕਵਾਂਗੇ? ਵੈਕਟਰ ਕੁਆਂਟੀਟੀ। ਹੁਣ ਨੈਕਸਟ ਕੀ ਹੈ ਆਪਣੇ ਕੋਲੇ? 4 ਕਿਲੋਮੀਟਰ। ਮੰਨ ਲਓ ਹੁਣ ਤੁਹਾਨੂੰ ਦੱਸ ਰਿਹਾ ਸੀ ਕਿ 4 ਕਿਲੋਮੀਟਰ ਪਲੱਸ 2 ਕਿਲੋਮੀਟਰ, ਇਹ ਕੀ ਹੈ ਆਪਣੇ ਕੋਲੇ? ਪਰਿਮਾਣ ਹੈ ਤੇ ਇਹਦੇ ਵਿੱਚ ਨਾਲ ਕੀ ਹੈ? ਦਿਸ਼ਾ ਵੀ ਹੈ। ਮਤਲਬ ਕੀ ਹੈ? 8 ਕਿਲੋਮੀਟਰ ਜਾਣਾ ਹੈ ਤਾਂ ਇਹ ਕੀ ਹੈ ਆਪਣੇ ਕੋਲੇ? ਦਿਸ਼ਾ। 8 ਕਿਲੋਮੀਟਰ ਜਾਣਾ ਹੈ ਵਿਸ਼ੇਸ਼ ਦਿਸ਼ਾ ਵੱਲ, A ਤੋਂ B 8 ਕਿਲੋਮੀਟਰ ਜਾਣਾ ਹੈ ਘਰ ਤੋਂ ਆਫਿਸ ਵੱਲ। ਇਹ 8 ਕਿਲੋਮੀਟਰ ਇਹ ਨਹੀਂ ਕਿ A ਤੋਂ ਪਹਿਲਾਂ ਆਪਾਂ ਕਹਿ ਲਓ ਕਿ ਪਿੱਛੇ ਨੂੰ ਮੁੜ ਗਏ ਫਿਰ B ਵੱਲ ਨੂੰ ਜਾਣਾ, ਨਹੀਂ, ਇਹ ਜਾਣਾ ਵਿਸ਼ੇਸ਼ ਦਿਸ਼ਾ ਵੱਲ, ਮਤਲਬ ਦਿਸ਼ਾ ਵੀ ਦਿੱਤੀ ਹੋਵੇ ਤੇ ਨਾਲ ਕੀ ਹੈ? ਮੈਗਨੀਟਿਊਡ ਵੀ ਹੋਵੇ। ਉਹਨੂੰ ਆਪਾਂ ਕੀ ਕਵਾਂਗੇ? ਸਦਿਸ਼ ਰਾਸ਼ੀ। ਨੈਕਸਟ ਆਪਣੇ ਕੋਲੇ ਅਦਿਸ਼ ਰਾਸ਼ੀ। ਇਹਦੇ ਵਿੱਚ ਬਸ ਸਮਝ ਲਓ ਉਲਟਾ ਕਿ ਕੇਵਲ ਕੀ ਹੁੰਦਾ ਇਹਦੇ ਕੋਲੇ? ਪਰਿਮਾਣ ਹੁੰਦਾ। ਇਹਦੇ ਵਿੱਚ ਕੀ ਹੈ? ਦਿਸ਼ਾ ਨਹੀਂ ਦਿੱਤੀ ਹੁੰਦੀ। ਕਿਵੇਂ? ਹੁਣ A ਪੁਆਇੰਟ ਤੋਂ ਜਾਣਾ, ਇਹ ਨਹੀਂ ਪਤਾ ਕਿੱਧਰ ਜਾਣਾ, ਬਸ ਤੁਰ ਪਏ, ਠੀਕ ਹੈ। ਜਿਵੇਂ ਕਹਿ ਲਓ ਕਿ ਚੋਰ ਹੈ ਜਿਹੜਾ, ਉਹ ਭੱਜ ਪਿਆ ਪੁਲਿਸ ਨੂੰ ਵੇਖ ਕੇ, ਪਰ ਉਹਨੂੰ ਇਹ ਨਹੀਂ ਪਤਾ ਕਿ ਉਹਦਾ B ਪੁਆਇੰਟ ਕਿਹੜਾ, ਉਹਨੂੰ ਸਿਰਫ ਇਹ ਪਤਾ ਕਿ ਉਹਦਾ A ਪੁਆਇੰਟ ਕਿਹੜਾ ਸੀ। ਉਹ ਉਹਦੇ 'ਚ ਕੀ ਆ? ਉਹ ਕਿਹੜੇ 'ਚ ਆਊਗਾ ਫਿਰ? ਉਹ ਆਊਗਾ ਸਕੇਲਰ ਕੁਆਂਟੀਟੀ ਅਦਿਸ਼ ਰਾਸ਼ੀ ਦੇ ਵਿੱਚ। ਕਲੀਅਰ ਹੋ ਰਿਹਾ? ਇਹਨਾਂ ਦੀਆਂ ਐਗਜ਼ਾਮਪਲਸ ਕਹਿ ਲਓ ਕਿ ਅੱਗੇ ਬਸ ਤੁਸੀਂ ਬੇਸਿਕ ਸਮਝੋ। ਜਦੋਂ ਸਮਝ ਆ ਗਿਆ ਮੈਨੂੰ ਕਮੈਂਟ ਕਰਕੇ ਦੱਸਿਓ, ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਪੂਰੀਆਂ ਹੋਰ ਡਿਟੇਲਸ ਦੱਸੂਗਾ। ਨਾਲ ਇਹਨਾਂ ਦੇ ਫਾਰਮੂਲੇ ਕਿਵੇਂ ਬਣੇ, ਫਾਰਮੂਲੇ ਕੀ ਹੈ, SI ਯੂਨਿਟ ਕੀ ਹੈ, ਇਹਨਾਂ ਨੂੰ ਕਿਵੇਂ ਆਪਾਂ ਕਰ ਸਕਦੇ ਹਾਂ, ਸਾਰੀਆਂ ਚੀਜ਼ਾਂ। ਹੁਣ ਆ ਗਿਆ ਇੱਕ ਸਮਾਨ ਪ੍ਰਵੇਗ। ਦੇਖੋ ਪ੍ਰਵੇਗ ਤਾਂ ਹੁਣ ਇਹ ਪਤਾ ਹੈ ਕਿ ਪ੍ਰਵੇਗ ਉਹਨੂੰ ਕਹਿੰਦੇ ਆ ਜਦੋਂ ਵੇਗ ਦੇ ਵਿੱਚ ਕੋਈ ਪਰਿਵਰਤਨ ਆਵੇ, ਠੀਕ ਹੈ। ਤਾਂ ਜੇ ਉਹ ਪਰਿਵਰਤਨ ਹੋਵੇ ਇੱਕ ਸਮਾਨ, ਜਿਵੇਂ A ਪੁਆਇੰਟ ਤੋਂ ਆਪਾਂ ਸਟਾਰਟ ਹੋ ਗਏ ਫਿਰ B ਪੁਆਇੰਟ ਤੇ। ਹੁਣ ਦੇਖੋ ਪਹਿਲੇ 5 ਮਿੰਟ 'ਚ ਸਪੀਡ ਕਿੰਨੀ ਘਟੀ ਹੈ? 5 ਕਿਲੋਮੀਟਰ ਦੀ। ਦੂਸਰੇ 5 ਮਿੰਟ 'ਚ ਸਪੀਡ ਕਿੰਨੀ ਘਟੀ ਹੈ? 5 ਕਿਲੋਮੀਟਰ। ਤੀਸਰੇ ਕਹਿ ਲਓ ਕਿ 5 ਮਿੰਟ 'ਚ ਸਪੀਡ ਕਿੰਨੀ ਘਟੀ ਹੈ? ਫਿਰ 5 ਕਿਲੋਮੀਟਰ। ਮਿੰਟ 5 ਹੀ ਹੈ ਤੇ ਹਰੇਕ 5-5 ਮਿੰਟ ਬਾਅਦ 5-5 ਕਿਲੋਮੀਟਰ ਦੀ ਸਪੀਡ ਘਟ ਰਹੀ ਹੈ। ਉਹਨੂੰ ਆਪਾਂ ਕੀ ਕਵਾਂਗੇ? ਸਮਾਨ ਪ੍ਰਵੇਗ। ਜਦੋਂ ਕਿਸੇ ਗਤੀ ਕਰਦੀ ਹੋਈ ਵਸਤੂ ਦਾ ਸਮੇਂ ਦੇ ਅੰਤਰਾਲ ਦੇ ਵਿੱਚ ਇਸ ਦੇ ਵੇਗ ਵਿੱਚ ਇੱਕ ਸਮਾਨ ਪਰਿਵਰਤਨ ਹੁੰਦਾ, ਉਹਨੂੰ ਕੀ ਕਵਾਂਗੇ? ਸਮਾਨ ਪ੍ਰਵੇਗ। ਤੇ ਅਸਮਾਨ ਉਦੋਂ ਉਲਟਾ ਫਿਰ ਕਿ ਅਸਮਾਨ ਪ੍ਰਵੇਗ ਉਹ ਹੁੰਦਾ ਜਦੋਂ ਕੀ ਹੈ 5 ਮਿੰਟ 'ਚ 3 ਕਿਲੋਮੀਟਰ ਸਪੀਡ ਘਟ ਗਈ, ਫਿਰ ਅਗਲੇ 5 ਮਿੰਟ ਵਿੱਚ 4 ਕਿਲੋਮੀਟਰ ਵੱਧ ਗਈ,
ਫਿਰ ਉਸ ਤੋਂ ਅਗਲੇ 5 ਮੀਟਰ ਵਿੱਚ 5 ਮਿੰਟ ਵਿੱਚ 2 ਕਿਲੋਮੀਟਰ ਫਿਰ ਘਟ ਗਈ, ਇਹਨੂੰ ਆਪਾਂ ਕੀ ਕਵਾਂਗੇ? ਅਸਮਾਨ ਪ੍ਰਵੇਗ। ਇਹਦੀ ਡੈਫੀਨੇਸ਼ਨ ਕੀ ਹੈ? ਕਿਸੇ ਵਸਤੂ ਨੂੰ ਅਸਮਾਨ ਪ੍ਰਵੇਗ ਵਿੱਚ ਉਸ ਸਮੇਂ ਆਖਦੇ ਆ ਜਦੋਂ ਅਸਮਾਨ ਸਮੇਂ ਦੇ ਅੰਤਰਾਲ ਨਾਲ, ਜਿਵੇਂ ਉਹੀ 5 ਮਿੰਟ, ਕਦੇ 8 ਮਿੰਟ, ਕਦੇ 10 ਮਿੰਟ ਸਪੀਡ ਹੋ ਰਹੀ ਹੈ 3 ਕਿਲੋਮੀਟਰ, ਕਦੇ ਹੋ ਰਹੀ ਹੈ 5 ਕਿਲੋਮੀਟਰ ਵੱਧ, ਮਾਈਨਸ 'ਚ ਹੋ ਰਹੀ ਹੈ ਕਦੇ 3 ਕਿਲੋਮੀਟਰ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਸਮਾਨ ਤਬਦੀਲੀ ਹੋਵੇ ਜਾਂ ਅਸਮਾਨ ਤਬਦੀਲੀ ਹੋਵੇ, ਉਹਨੂੰ ਆਪਾਂ ਕਵਾਂਗੇ ਅਸਮਾਨ ਪ੍ਰਵੇਗ। ਦੇਖੋ ਇਹਦੇ ਵਿੱਚ ਇਹ ਵੀ ਕਹਿ ਸਕਦੇ ਆ, ਇਹਦੀ ਐਗਜ਼ਾਮਪਲ ਇੱਕ ਹੋਰ ਦੇ ਦਿੰਦਾ ਕਿ A ਪੁਆਇੰਟ ਤੋਂ ਜਾਣਾ B ਵੱਲ ਨੂੰ, ਉਸ ਦੇ ਵਿੱਚ ਕੀ ਹੈ? ਪਹਿਲੇ 6 ਮਿੰਟ ਦੇ ਵਿੱਚ ਸਪੀਡ ਵੱਧ ਗਈ 5 ਕਿਲੋਮੀਟਰ, ਅਗਲੇ 8 ਮਿੰਟ ਦੇ ਵਿੱਚ ਵੱਧ ਗਈ 5 ਕਿਲੋਮੀਟਰ, ਤੇ ਉਸ ਤੋਂ ਅਗਲੇ 10 ਮਿੰਟ ਦੇ ਵਿੱਚ ਵੱਧ ਗਈ 5 ਕਿਲੋਮੀਟਰ। ਸਪੀਡ ਸੇਮ ਹੈ, ਠੀਕ ਹੈ, ਸਮਾਂ ਕੀ ਹੈ? ਡਿਫਰੈਂਟ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਅਸਮਾਨ ਪ੍ਰਵੇਗ। ਅਸਮਾਨ ਪ੍ਰਵੇਗ। ਕਲੀਅਰ ਹੋ ਰਿਹਾ ਆਈ ਥਿੰਕ ਸਾਰੇ ਬੱਚਿਆਂ ਨੂੰ। ਨੈਕਸਟ ਆ ਗਈ ਚੱਕਰਾਕਾਰ। ਇਹਨੂੰ ਆਪਾਂ ਕਹਿ ਦਿੰਦੇ ਹਾਂ ਵਿੱਤੀ ਗਤੀ ਵੀ। ਚੱਕਰਾਕਾਰ ਤਾਂ ਸਿੰਪਲ ਸਭ ਨੂੰ ਪਤਾ ਹੈ, ਚੱਕਰ, ਠੀਕ ਹੈ। ਇੱਥੇ ਪੁਆਇੰਟ ਆਪਣੇ ਕੋਲ ਸੈਂਟਰ ਪੁਆਇੰਟ ਆਪਣਾ, ਜਿਹੜਾ ਇਹਨੂੰ ਫੋਰਸ ਲਾ ਰਿਹਾ, ਫੋਰਸ ਵਾਲਾ ਗ੍ਰੈਵਿਟੇਸ਼ਨ ਵਾਲਾ ਆਪਾਂ ਅੱਗੇ ਕਰਾਂਗੇ। ਉਹਦੇ ਵਿੱਚ ਐਗਜ਼ਾਮਪਲ ਹੈਗੀ ਹੈ ਚੱਕਰਾਕਾਰ ਪਾਤੇ, ਜੇਕਰ ਕੋਈ ਵਸਤੂ ਹੈ ਜਿਹੜੀ ਉਹ ਘੁੰਮ ਰਹੀ ਹੈ, ਉਹਨੂੰ ਕੀ ਕਵਾਂਗੇ? ਸਿੰਪਲ ਚੱਕਰਾਕਾਰ, ਠੀਕ ਹੈ, ਉਹਨੂੰ ਕੀ ਕਵਾਂਗੇ? ਚੱਕਰਾਕਾਰ ਗਤੀ। ਹੁਣ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ, ਜਿਹੜਾ ਕਹ ਲਓ ਸਪੀਡ ਕਈ ਵਾਰੀ ਕਨਸਟੈਂਟ ਹੋ ਸਕਦੀ ਹੈ, ਮੰਨ ਲਓ ਸੇਮ ਸਪੀਡ ਨਾਲ ਘੁੰਮੀ ਜਾਂਦੀ ਹੈ ਕੋਈ ਚੀਜ਼, ਠੀਕ ਹੈ, ਪਰ ਜਿਹੜੀ ਕਹਿ ਲਓ ਵੈਲੋਸਿਟੀ ਸੇਮ ਨਹੀਂ ਹੁੰਦੀ ਕਦੇ ਵੀ। ਬਸ ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ, ਵੈਲੋਸਿਟੀ ਸੇਮ ਨਹੀਂ ਹੋਊਗੀ। ਨੈਕਸਟ ਆਪਣੇ ਕੋਲੇ ਇੱਕ ਸਮਾਨ ਚੱਕਰਾਕਾਰ ਗਤੀ। ਹੁਣ ਦੇਖੋ ਇਹਦੇ ਵਿੱਚ ਵੀ ਉਹੀ ਸੇਮ ਹੈ ਕਿ ਚੱਕਰਾਕਾਰ ਗਤੀ ਉਹ ਹੈ ਜਿਸ ਵਿੱਚ ਪ੍ਰਵੇਗ ਦਾ ਕਾਰਨ ਕੇਵਲ ਗਤੀ ਦੀ ਦਿਸ਼ਾ ਹੁੰਦੀ ਹੈ, ਠੀਕ ਹੈ, ਜਦ ਕਿ ਵੇਗ ਦੇ ਪਰਿਮਾਣ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਵੇਖੋ ਵੈਕਟਰ ਵਿੱਚ ਉਹ ਸੇਮ ਰਹਿ ਸਕਦੀ ਹੈ, ਪਰ ਵੈਕਟਰ ਜਿਹੜਾ ਸੇਮ ਨਹੀਂ ਹੁੰਦਾ, ਮਤਲਬ ਉਹਦੇ ਵਿੱਚ ਤਬਦੀਲੀ ਕੋਈ ਨਹੀਂ ਹੁੰਦੀ, ਠੀਕ ਹੈ। ਉਹਨੇ ਜਿਵੇਂ ਚੱਲਣਾ ਉਹ ਸੇਮ ਹੀ ਚੱਲੂਗਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਹੁਣ ਜੇ ਗਤੀ ਵੱਧ ਘਟ ਸਕਦੀ ਹੈ, ਕਨਸਟੈਂਟ ਵੀ ਰਹਿ ਸਕਦੀ ਹੈ, ਵੱਧ ਘਟ ਵੀ ਸਕਦੀ ਹੈ, ਪਰ ਵੈਕਟਰ ਦੇ ਵਿੱਚ ਕੋਈ ਬਦਲਾਵ ਨਹੀਂ ਹੋਣਾ। ਨੈਕਸਟ ਹੈ ਵੈਕਟਰ ਕਨਸਟੈਂਟ, ਕੋਈ ਬਦਲਾਵ ਨਹੀਂ ਹੋਣਾ। ਹੁਣ ਆ ਗਿਆ ਲਾਸਟ ਵਾਲਾ ਪੁਆਇੰਟ ਆਪਣੇ ਕੋਲੇ ਕੋਣੀ ਵੇਗ। ਕੋਣੀ ਵੇਗ ਆਹ ਵਾਲਾ, ਠੀਕ ਹੈ, A ਪੁਆਇੰਟ ਤੋਂ B ਪੁਆਇੰਟ, ਆ ਆਪਣੇ ਕੋਲ ਕੀ ਹੈ? ਕੋਣੀ ਵੇਗ। ਹੁਣ ਇਹਦੇ ਵਿੱਚ ਕੀ ਆਊਗਾ? ਕੋਣੀ ਵੇਗ ਕੋਣੀ ਵਿਸਥਾਪਨ ਦੀ ਦਰ ਨੂੰ, ਠੀਕ ਹੈ, ਕੋਣੀ ਵੇਗ ਕਹਿੰਦੇ ਆ। ਕੋਣੀ ਵੇਗ ਦਾ ਜਿਹੜਾ ਵਿਸਥਾਪਨ ਤਾਂ ਸਾਰਿਆਂ ਨੂੰ ਪਤਾ ਹੀ ਹੈ। ਵਿਸਥਾਪਨ ਕੀ ਹੈ ਆਪਣੇ ਕੋਲ? ਡਿਸਪਲੇਸਮੈਂਟ, ਜਿਹਨੂੰ ਆਪਾਂ ਕਹਿ ਦਿੰਦੇ ਆ ਸ਼ਾਰਟਕਟ, ਉਹਨੂੰ ਕੀ ਕਹਿੰਦੇ ਆ? ਡਿਸਪਲੇਸਮੈਂਟ। ਜਿਹੜਾ ਕੋਣੀ ਵਿਸਥਾਪਨ ਹੁੰਦਾ ਉਹਦੀ ਦਰ ਹੁੰਦੀ ਹੈ ਜਿਹੜੀ, ਉਹਨੂੰ ਕਹਿੰਦੇ ਆ ਕੋਣੀ ਵੇਗ। ਇਹ ਕਾਹਦੇ ਨਾਲ? ਇਹਦੀ SI ਇਕਾਈ ਕੀ ਹੈ? ਉਹ ਹੈਗੀ ਹੈ ਰੇਡੀਅਨ ਪ੍ਰਤੀ ਸੈਕਿੰਡ, ਠੀਕ ਹੈ। ਹੁਣ ਇਹਦੇ ਵਿੱਚ ਵੇਖੋ ਤੁਸੀਂ ਕਹੋਗੇ ਸਰ -1 ਲੱਗਿਆ ਹੋਇਆ, ਇਹਨੂੰ ਮੈਂ ਫਿਰ ਦੱਸ ਦੇਣਾ। ਇਹ ਵਾਲੀ ਇਹਦੀ ਹੈਗੀ ਹੈ ਜਿਹੜੀ SI ਇਕਾਈ ਕਹਿ ਲਓ, ਠੀਕ ਹੈ, ਪਰ ਜਦੋਂ ਇਹਨੂੰ S ਨੂੰ ਉੱਪਰ ਲੈ ਆਵਾਂਗੇ ਉਹ ਕੀ ਹੋ ਜੂਗੀ? ਉੱਪਰ ਵਾਲੀ ਪਾਵਰ ਮਾਈਨਸ ਦੇ ਵਿੱਚ ਹੋ ਜੂਗੀ, ਉਹ ਸੇਮ ਹੀ ਬਣ ਗਿਆ। ਕਲੀਅਰ ਹੋ ਰਿਹਾ ਸਾਰੇ ਬੱਚਿਆਂ ਨੂੰ? ਤਾਂ ਇਹ ਸੀ ਅੱਜ ਦਾ ਆਪਣਾ ਲੈਕਚਰ। ਤੁਹਾਨੂੰ ਮੈਂ ਕੋਈ ਕਹਿ ਲਓ ਕਿ ਵਿੱਚ ਕੁਝ ਬੋਲ ਕੇ ਲਾਈਕ ਸ਼ੇਅਰ ਦਾ ਬੋਰ ਨਹੀਂ ਕੀਤਾ, ਪਰ ਲਾਸਟ 'ਤੇ ਜ਼ਰੂਰ ਕਹੂੰਗਾ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ। ਜੇ ਹਜੇ ਵੀ ਕੋਈ ਕਨਫਿਊਜ਼ਨ ਰਹਿੰਦੀ ਹੈ ਤਾਂ ਆਪਾਂ ਅਗਲਾ ਲੈਕਚਰ ਲਾਉਣਾ, ਇਹਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਇਹ ਚੀਜ਼ ਕਲੀਅਰ ਨਹੀਂ ਹੋਈ, ਆਪਾਂ ਉਹ ਅਗਲੇ ਲੈਕਚਰ ਦੇ ਵਿੱਚ ਕਲੀਅਰ ਕਰ ਲਾਂਗੇ। ਹਰ ਇੱਕ ਕਮੈਂਟ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਜੇ ਕੋਈ ਫਿਰ ਵੀ ਕੋਈ ਡਿਟੇਲ ਮਿਸ ਹੁੰਦੀ ਹੈ ਤਾਂ ਜ਼ਰੂਰ ਕਮੈਂਟ ਕਰਿਓ।